नमो बुद्धा, जय भीम, जय भारत। यूरोप ਅਤੇ यूके ਦੇ ਦਰਸ਼ਕਾਂ ਦਾ DM ਟੈਲੀਵਿਜ਼ਨ ਤੇ ਸਵਾਗਤ ਹੈ। ਅੱਜ ਦਾ ਇਹ ਪ੍ਰੋਗਰਾਮ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਬੁੱਧਾ ਜਯੰਤੀ ਦੇ ਸੰਦਰਭ ਵਿੱਚ 3 ਦਿਨ ਵਾਸਤੇ ਹਰ ਰੋਜ਼ 5 ਤੋਂ 6 ਤੱਕ, ਅੱਜ 6 ਤੋਂ 7, ਬਾਕੀ 2 ਦਿਨ 5 ਤੋਂ 6 ਵਜੇ ਤੱਕ ਪੇਸ਼ ਕੀਤਾ ਜਾ ਰਿਹਾ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਪ੍ਰੋਗਰਾਮ ਵੇਖਣ ਲਈ ਸੰਪਰਕ ਕਰੋ, ਮਿਹਰਬਾਨੀ ਹੋਵੇਗੀ। ਤਥਾਗਤ ਗੌਤਮ ਬੁੱਧ ਜੀ ਦਾ ਜਨਮ, ਉਹਨਾਂ ਦਾ ਗਿਆਨ ਅਤੇ ਉਹਨਾਂ ਦਾ ਮਹਾਪਰਿਨਿਰਵਾਣ ਇੱਕੋ ਹੀ ਦਿਨ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਇਆ। ਇਸ ਕਰਕੇ ਬੋਧੀ ਜਗਤ ਵਿੱਚ ਇਸ ਉਤਸਵ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੁੱਧ ਦਾ ਜਨਮ ਲੁੰਬਣੀ, ਨੇਪਾਲ ਵਿੱਚ ਇੱਕ ਪੇੜ ਦੇ ਥੱਲੇ ਹੋਇਆ। ਉਹਨਾਂ ਨੂੰ ਗਿਆਨ ਬੋਧ ਗਿਆ, ਬਿਹਾਰ ਵਿੱਚ ਇੱਕ ਪੇੜ ਦੇ ਥੱਲੇ ਹੋਇਆ ਅਤੇ ਉਹਨਾਂ ਦਾ ਮਹਾਪਰਿਨਿਰਵਾਣ ਵੀ ਇੱਕ ਪੇੜ ਦੇ ਥੱਲੇ ਕੁਸ਼ੀਨਗਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਉਹਨਾਂ ਦਾ ਜਨਮ, ਗਿਆਨ ਅਤੇ ਮਹਾਪਰਿਨਿਰਵਾਣ ਇੱਕ ਕੁਦਰਤੀ ਵਾਤਾਵਰਣ ਵਿੱਚ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਦੁਨੀਆ ਦਾ ਕੁਦਰਤਵਾਦੀ ਮਹਾਮਾਨਵ ਮੰਨਿਆ ਜਾਂਦਾ ਹੈ। ਬੁੱਧ ਧਰਮ ਵਿਗਿਆਨ ਦੀ ਕਸੌਟੀ ਤੇ ਪੂਰਾ ਉਤਰਦਾ ਹੈ। ਇਹ ਇਨਸਾਨ ਨੂੰ ਅੰਧੇਰੇ ਚੋਂ ਕੱਢ ਕੇ ਚਾਨਣ ਵਿੱਚ ਖੜਾ ਕਰਦਾ ਹੈ। ਇਹ ਅੰਧ ਵਿਸ਼ਵਾਸ ਵਿੱਚ ਬੁੱਧ ਧਰਮ ਲਈ ਕੋਈ ਸਥਾਨ ਨਹੀਂ ਹੈ। ਇਹ ਆਤਮਾ ਅਤੇ ਪਰਮਾਤਮਾ ਦੇ ਪਿੱਛੇ ਨਹੀਂ ਭੱਜਦਾ। ਬੁੱਧ ਨੇ ਕਿਹਾ ਹੈ ਕਿ ਆਪਣੇ ਦੀਪਕ ਆਪ ਬਣੋ, ਜਾਣੀ ਅਤ ਦੀਪੋ ਭਵ। ਬੁੱਧ ਧਰਮ ਆਨੰਦਮਈ ਜੀਵਨ ਜਿਉਣ ਦਾ ਇੱਕ ਤਰੀਕਾ ਹੈ। ਬੁੱਧ ਨੇ ਕਿਹਾ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਇਹ ਦੁੱਖ ਇਨਸਾਨ ਨੇ ਖੁਦ ਸਹੇੜੇ ਹਨ ਅਤੇ ਇਸ ਦਾ ਖਾਤਮਾ ਵੀ ਇਨਸਾਨ ਨੂੰ ਖੁਦ ਆਪ ਹੀ ਕਰਨਾ ਪੈਣਾ ਹੈ। ਕਿਸੇ ਗੈਬੀ ਸ਼ਕਤੀ ਜਾਂ ਕਿਸੇ ਹੋਰ ਨੇ ਨਹੀਂ ਕਰਨਾ। ਬੁੱਧ ਧਰਮ ਦੀ ਜੋ ਵਿਸ਼ੇਸ਼ਤਾ ਹੈ ਉਹ ਇਹ ਹੈ ਕਿ ਬੁੱਧ ਕਹਿੰਦੇ ਹਨ ਕਿ ਮੈਂ ਇੱਕ ਸਧਾਰਨ ਇਨਸਾਨ ਦੀ ਤਰ੍ਹਾਂ ਪੈਦਾ ਹੋਇਆ ਹਾਂ। ਆਪਣੀ ਬਦੌਲਤ ਅਧਿਐਨ ਕਰਕੇ ਸਮਯਕ ਸੰਬੁੱਧ ਬਣਿਆ ਹਾਂ। ਕੋਈ ਵੀ ਇਨਸਾਨ ਮੇਰੀ ਤਰ੍ਹਾਂ ਅਧਿਐਨ ਕਰਕੇ ਸਮਯਕ ਸੰਬੁੱਧ ਬਣ ਸਕਦਾ ਹੈ। ਆਪਣੀ ਪਦਵੀ ਨੂੰ ਉੱਚਾ ਨਹੀਂ ਦੱਸਿਆ, ਉਸ ਨੂੰ ਵੀ ਆਪਣੇ ਬਰਾਬਰ ਬਿਠਾਇਆ ਹੈ। ਤਥਾਗਤ ਨੇ ਕਿਹਾ ਹੈ ਕੋਈ ਵੀ ਗੱਲ ਮੰਨਣ ਤੋਂ ਪਹਿਲਾਂ ਆਪਣੇ ਦਿਮਾਗ ਦੀ ਕਸੌਟੀ ਤੇ ਚਾੜ ਕੇ ਉਸ ਦੀ ਪਰਖ ਕਰੋ। ਅਗਰ ਸਹੀ ਲੱਗਦੀ ਹੈ ਤਾਂ ਮੰਨੋ, ਅਗਰ ਸਹੀ ਨਹੀਂ ਲੱਗਦੀ ਤਾਂ ਨਾ ਮੰਨੋ। ਇਹੀ ਪਸੀਕੋ, ਕਮ ਐਂਡ ਸੀ, ਆਓ ਪਰਖੋ ਜਾਣੋ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜੋ ਮਹਿਮਾਨ ਪਹਿਲੇ ਪਾਰਟ ਵਿੱਚ ਆਏ ਹਨ ਉਹਨਾਂ ਨਾਲ ਆਪ ਜੀ ਦੀ ਪਹਿਚਾਣ ਕਰਾਈਏ। ਭੰਤੇ ਸਿਧਨਿਆਨੋ ਸੰਬੂਨ ਮਹਾਥੇਰੋ ਜੀ ਜੋ ਥਾਈ ਭਿਕਸ਼ੂ ਹਨ, ਉਹਨਾਂ ਨੇ ਕਮੇਟੀ ਨਾਲ 31 ਸਾਲ ਧੰਮ ਪ੍ਰਚਾਰ ਦੀ ਸੇਵਾ ਕੀਤੀ ਹੈ। ਮੇਰੇ ਇਹ ਧਰਮ ਗੁਰੂ ਹਨ। 1988 ਵਿੱਚ ਇਹਨਾਂ ਨੇ ਹੀ ਮੈਨੂੰ ਧੰਮ ਦੇਸ਼ਨਾ ਦਿੱਤੀ ਸੀ। ਸਾਰੇ UK ਅਤੇ ਯੂਰਪ ਦੇ ਸਭ ਤੋਂ ਸੀਨੀਅਰ ਭਿਕਸ਼ੂ ਹਨ ਜਿਨ੍ਹਾਂ ਦੀ ਉਮਰ ਲਗਭਗ 90 ਸਾਲ ਹੈ। ਐਸੇ ਪੂਜਨਿਕ ਮਹਾਥੇਰਾ ਭਿਕਸ਼ੂ ਨੂੰ ਮੈਂ ਪ੍ਰਣਾਮ ਕਰਦਾ ਹਾਂ। ਪ੍ਰਣਾਮ ਬੰਤੇ ਜੀ। ਪੰਤੇ ਧੰਮਾਨਾਗ ਥੇਰੋ ਜੀ ਜੋ ਭਾਰਤ ਤੋਂ ਬੰਬਈ ਤੋਂ ਹਨ, ਇਹ ਵੀ 2 ਸਾਲ ਤੋਂ ਕਮੇਟੀ ਨਾਲ ਧੰਮ ਪ੍ਰਚਾਰ ਕਰ ਰਹੇ ਹਨ। ਇਹਨਾਂ ਦੀ ਸਰਪ੍ਰਸਤੀ ਹੇਠ ਕਰਨਾਟਕਾ ਦੇ ਬਿਦਰ ਡਿਸਟ੍ਰਿਕਟ ਦੇ ਹਥਿਆਲ ਪਿੰਡ ਵਿੱਚ ਡਾਕਟਰ ਅੰਬੇਡਕਰ ਜੀ ਦੇ ਨਾਮ ਤੇ 15 ਕਮਰਿਆਂ ਦਾ ਸਕੂਲ ਕਮੇਟੀ ਬਣਾ ਕੇ ਦੇ ਰਹੀ ਹੈ, ਜਿਸ ਦਾ ਨੀਂਹ ਪੱਥਰ ਰੱਖ ਦਿੱਤਾ ਹੈ ਤੇ ਕੰਮ ਸ਼ੁਰੂ ਹੋ ਗਿਆ ਹੈ। ਇਹਨਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਪ੍ਰਣਾਮ ਬੰਤੇ ਜੀ। ਮੰਗਲ ਹੋ।
Now I would like to request the Sangha to start Buddha Jayanti celebration with chanting. So I hand over to you, Bhante, for chanting. Okay. So Bhante, we first chant. Okay. You have to chant Mangala Sutta. Namo tassa bhagavato arahato samma tassa. Namo tassa bhagavato arahato samma sambuddhassa. Namo tassa bhagavato arahato Samma sambuddhassa. Buddhang saranang gacchami, dhammang saranang gacchami, sanghang saranang gacchami, dutiyampi buddhang saranang gacchami, dutiyampi dhammang saranang gacchami, dutiyampi sanghang saranang gacchami, tatiyampi buddhang saranang gacchami, tatiyampi dhammang saranang gacchami, tatiyampi sanghang saranang gacchami. Evame sutang ekang samayan bhagava avatihang virahati etavane anatta pindikasa arame ayantara devata abhikantaya rattiya kevalakappang jetavanang obhasetva ena bhagava tenupasangkami upasankamitva bhagavantang abhivadetva kamantang atthasi sakhosa devata bhagavantang gathaya ajjabhasi manusacha mangalani achintayo akhang kamana sothanang bruhi mangalamuttamang vanaca balanang panditanaca sevana puja pujaniyanang etang mangalamuttamang rupadesavasocha pubbhecha katapiyanta tasamapadhi ca etang mangalamuttamang bahu sacanca sipanca viniyoca susikhito subhasita ca vaca etang mangalamuttamang mata pitu upathanang puttadara sasanggaho anakula ca kammanta etang mangalamuttamang dana ca dhammacariya ca nyatakanang ca sayyamo anavajjani kammani etang mangalamuttamang arati virati papa majjapana ca sayyamo apamado ca dhammesu etang mangalamuttamang garovo ca nivato ca santuti ca kattapiyanta
กาเลนะธัมมสากัจฉาเอตังมังกลมุตตมังอิจจโสวจัสสตะสมนานันจะดัสสนังกาเลนะธัมมสากัจฉาเอตังมังกลมุตตมังโพจจบรมจริยาชอริยสัจจานันดัสสนังนิบบานสัจฉิกิริยาชเอตังมังกลมุตตมังตัสสะโลกธัมเมหิจิตตังเอสนกัมปติกังวิรจังเขมังเอตังมังกลมุตตมังตาดิสานิสัพพังมปราจิตาโสนติกาชันติตังเตสังมังกลมุตตมันติโกนาโตหิตายสัพพปานินังปุเรตวาปารมีสัพพปัตโตสัมโพธิมุตตมังเอเตนะสัจจวัจเจนะโหตุเตตุสังฆลังสยันโตโพธิยามูเลสักยานังนันทิวัตโนเอวังตวังวิทโยโหหิตยาสุชยมังคะเลอปราชิตปันลังเกสีเสปัตวิปุคะเลอภิเชเกสัพพพุทธานังอาคาปะโตปโมทติสุนัขตังสุมังพลังสุปภาตังสุโหติตังสุขโนสุมโหโตจะสุยิตังพระมจาริสุปทาขีนังกายกรรมังวาจากรรมังปทาขีนังปทาขีนังมโนกรรมังปณิทิเตปทาขีนาปทาขีนานิกัตตวานรพันตเทปทาคิเนภวตุสัพพมังกลังราคันตุสัพพเทวตาสัพพบุทธานุภาเวนะสดาโสติภวันตุเตภวตุสัพพมังกลังรักขันตุสัพพเทวตาสัพพธัมมานุภาเวนะสดาโสติภวันตุเตภวตุสัพพมังกลังรักขันตุสัพพเทวตาสัพพสังฆานุภาเวนะสดาโสติภวันตุเตਥੈਂਕ ਯੂ ਬੰਥੇ ਜੀ ਕਿਉਂਕਿ ਚੈਂਟਿੰਗ ਜਿਹੜੀ ਆ ਇਹ ਬੁੱਧ ਧਰਮ ਦੇ ਵਿੱਚ ਇਸ ਦੀ ਬਹੁਤ ਮਹੱਤਤਾ ਹੈ। ਤਥਾਗਤ ਬੁੱਧ ਦੇ ਜ਼ਮਾਨੇ ਵਿੱਚ ਜਦੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਭਿਕਸ਼ੂ ਚੈਂਟਿੰਗ ਕਰਦੇ ਸਨ, ਇਨਸਾਨ ਤਾਂ ਇਨਸਾਨ ਜਿਹੜੇ ਜਾਨਵਰ ਸੀ ਉਹ ਵੀ ਸ਼ਾਂਤ ਹੋ ਜਾਇਆ ਕਰਦੇ ਸਨ। ਸੋ ਅਸੀਂ 3 ਦਿਨ ਦੇ ਵਿੱਚ ਤਥਾਗਤ ਬੁੱਧ ਦੀ ਜੀਵਨੀ ਅਤੇ ਉਸ ਦਾ ਜੋ ਧੰਮ ਹੈ ਉਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਕਰਾਵਾਂਗੇ। ਕੁਝ ਕਾਰਨਾਂ ਕਰਕੇ ਸਾਡਾ ਅੱਜ ਪ੍ਰੋਗਰਾਮ 1 ਘੰਟਾ ਲੇਟ ਸ਼ੁਰੂ ਹੋਇਆ, ਜਿਸ ਦੇ ਨਾਲ ਕੁਝ ਉਲਟ ਪੁਲਟ ਹੋਈ ਹੈ। ਖੈਰ ਉਸ ਨੂੰ ਐਡਜਸਟ ਕਰ ਲਿਆ ਜਾਵੇਗਾ। ਨਾਓ ਬੰਤੇ ਸੰਪੂਰਨ ਜੀ, ਆਈ ਵੁੱਡ ਲਾਈਕ ਟੂ ask you, tell us how the people celebrate Buddha Jayanti in Thailand. I know so many Thai people are living in this country. They used to come to our Buddha Vihara in Wolverhampton. So you can speak in Thai language. They would love to hear in Thai. It's okay. It's very important to talk about Visakha Bhucha or Vesak. Sanghadit say Vesak, Thai say Visakha Bhucha. Bhucha in the full moon day of Visakha. Visakha means month, Makha month. Visakha come to
the Buddhist people come to Thailand. Before that, they decorate every temple, every house, decorate beautiful. And when Visakha, they come and they prepare dana and go to temple. Every temple in Thailand, people near temple, live near temple, go to near temple, far, all the country. जी And then in the morning, 8 o'clock in Phun Monday of Visakha, people ask for 5 steps. After 5 steps, monk chant. After chant, people offer dana and people eat. And after people eat, and then after that, they offer dana to the monk who chanted, and then monk anumodana. जी People enjoy. And after anumodana, monk back to the temple, and people continue eat and talk. Very beautiful. And then all the day, during the day of Visakha, and some people stay in temple. They not go back home. Talk about the Dhamma, talk about this or that, Buddhism. And then in the evening, about 8 o'clock, when people come to, more people in the temple, जी they're waiting for what? Waiting for walk around the temple. the temple Temple by the flower in the hand. And then before they walk around, monk have to offer the flower by Pali language. And the people follow like we do it. Thank you, Bhante ji. Now we are going to the break and we will come back after the break. ਹੁਣ ਅਸੀਂ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਨਮੋ ਬੁੱਧਾ, ਜੈ ਭੀਮ।
ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਸਵਾਗਤ ਹੈ। ਹੁਣ ਸਾਡੇ ਨਾਲ ਇੱਕ ਨਵੇਂ ਗੈਸਟ ਜੁੜੇ ਹਨ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਪ੍ਰਧਾਨ ਦੇਵਲਾਲ ਸੁਮਨ ਜੀ। ਸੁਮਨ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਸਭ ਤੋਂ ਪਹਿਲਾਂ ਮੈਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਔਰ ਆਪਣੇ ਵੱਲੋਂ ਬੁੱਧਾ ਜਯੰਤੀ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। हाँ भंते जी, आपकी ओर आ रहा हूँ। भंते जी, बुद्ध बनने से पहले सिद्धार्थ गौतम के बारे में हमारे दर्शकों को बताएंगे कि बुद्ध बनने से पहले वो क्या थे? सबसे पहले डीएम टीवी के माध्यम से यूके और यूरोप के सभी लोगों के लिए बुद्ध धम्म संघ की ओर से उनके मंगलमय जीवन की कामना करता हूं और साथ ही साथ डॉक्टर अंबेडकर मेमोरियल कमेटी ग्रेट ब्रिटेन, जिनके माध्यम से आईडीएम टीवी पे ये जो बुद्ध जयंती का लाइव टेलीकास्ट हो रहा है, तो कमेटी का भी मैं धन्यवाद करता हूं। और हमारे जो भंते थे, भंते शंभुन माथेरा, जिन्होंने अभी कुछ देर पहले जिन्हें चैंटिंग की थी, भंते जी को मैं प्रणाम करता हूं। और आपने जो प्रश्न किया कि तथागत भगवान बुद्ध बनने के पहले क्या थे, तथागत भगवान बुद्ध की जो जीवन की जो हिस्ट्री है, जो इतिहास है, ये काफ़ी लंबा है एक्चुअली। भारत से, जिसे कभी भारत को जम्मू प्रांत कहते थे, और उस जम्मू प्रांत में गणराज्य, राज्य, ऐसी काफ़ी छोटे मोटे राज्य थे, जिसमें मगध था, काशी थी, कौशल था, मल्ल था, वत्स था, चंपल था, अवंती थी, गांधार था, कंबोज था। ऐसी छोटे मोटे अनगिनत ऐसी राज्य थे। और उसी बीच आज जिसे नेपाल कहते हैं, उस नेपाल के बॉर्डर के पास उस समय कपिल वस्तु यानी शाक्यों का राज्य था जी। और उस शाक्यों के राज्य में राजा सुदधन, ये वहाँ का राजा था जी। और उसकी पत्नी थी महामाया। और महामाया और राजा सुदधन काफ़ी समय से उनका वहाँ पे राज चल रहा था। और काफ़ी समय के बाद उन्हें एक पुत्र लाभ हुआ जी। और उस पुत्र का नाम उन्होंने सिद्धार्थ रखा था जी। जैसे ही वो पुत्र उन्हें लाभ हुआ, तब उस समय के काफ़ी ब्राह्मण उन्होंने बुलाए, उनको दान देना चाहा, उनके हाथ से कुशल कर्म उन्हें करने की कोशिश की जी। और तब 8 ब्राह्मणों के माध्यम से उस बालक के भविष्य के बारे में पूछताछ की गई कि ये बालक क्या भविष्य में क्या बनने वाला, इस बालक का जीवन कैसे रहने वाला, इसका सुखद जीवन कैसे कि दुखद जीवन कैसे, ये सारे ब्राह्मणों के माध्यम से उसके भविष्य जानने की कोशिश की गई। लेकिन उस बीच में अशित मुनि ने स्वयं यानी राजा के दरबार में आकर राजन से कहा कि राजन, आपके घर में जो पुत्र लाभ हुआ, मैं उसके दर्शन करना चाहता हूँ जी। तो राजा आश्चर्यचकित होगा कि ऐसी क्या बात है मेरे पुत्र की, जो अशित मुनि मेरे पुत्र के दर्शन करना चाहता है। खुद चल के आए। तो वो खुद चल के आए थे। और जब उन्होंने दर्शन करना चाहा तो उन्होंने सिद्धार्थ गौतम को जब देखा तो उनके आंसू से नदिया की धारा बनने लगी, इतना रोने लगे। तो राजा ने पूछा कि हे राजन मुनि, मैं आपसे नम्रता से पूछता हूं कि आप क्यों रो रहे हो जी। तो अशित मुनि ने कहा कि राजन, मैं इसलिए रो रहा हूं, ये बालक कल का होने वाला सम्यक संबुद्ध है। तो राजन समझ नहीं पाया, सम्यक संबुद्ध। बोले राजन ऐसी है कि ये सम्यक संबुद्ध, ये बुद्ध होने वाला है। तो राजन थोड़ा कंफ्यूज हो गया कि बुद्ध यानी क्या, उसे समझ में नहीं आ रहा था। तो बोले कि ये दुनिया का सबसे बड़ा महान ऐसे विद्वान बनेगा जिसकी विद्वत्ता दुनिया की ओर लोगों को अपने तरफ आकर्षित करेगी जी। ऐसे विद्वान बनने वाला है। और इस कारण अशित मुनि ने सिद्धार्थ गौतम की जीवन की, भविष्य तो नहीं कह सकते, लेकिन उनके लक्षण के माध्यम से बताया कि इसका भविष्य इस तरह से रहने वाला है जी। और फिर इस तरह से सिद्धार्थ गौतम की अपनी जीवनचर्या चली। और अशित मुनि के बयान के बाद में अशित मुनि की अपनी एक
लक्षण की जो बातें थी वो बातों को राजन ने एक्सेप्ट कर लिया, शुद्धोधन ने एक्सेप्ट कर लिया। उसके बाद में थोड़ा शुद्धोधन चिंतित हो गया। तो उन्होंने एक बात भी कही कि काफ़ी ब्राह्मणों ने कहा था कि अगर ये घर में रहा, घर संसार में रहा, तो ये दुनिया का चक्रवर्ती राजा बनेगा जी। लेकिन जिस दिन इसे दुख क्या है, दुख किस कारण है, ये चोट इनके हृदय पे गिर जाएगी, उस दिन ये संसार को त्याग देगा और ये सन्यासी बन जाएगा, वैरागी बन जाएगा, गृह त्याग कर देगा। तो गृह त्याग कर देगा जी। तो इस तरह से फिर राजा थोड़ा चिंतित था। तो राजा ने बड़े ही म्हणजे प्यार के साथ, है ना, सिद्धार्थ गौतम का लालन पालन करने की कोशिश की, उसे अच्छी शिक्षा देने की कोशिश की। लेकिन एक बात और बता दूँ आपको कि दर्शक भी जान जाए कि सिद्धार्थ गौतम के जन्म के 7 दिन बाद ही उनकी माता महामाया ये इनका देहांत हो चुका जी। इनके ध्यान के बाद में शुद्धोधन उसकी साली यानी सिद्धार्थ गौतम की मौसी प्रजापति गौतमी, ये प्रजापति गौतमी ने सिद्धार्थ गौतम का पालन पोषण किया जी। तो इस तरह से सिद्धार्थ गौतम की 2 माता हुई, एक जन्म देने वाली और एक पालने वाली। तो इस तरह सिद्धार्थ गौतम प्रजापति गौतमी के सानिध्य में अपने उम्र को निकाल रहा था। और उस बीच में जब राजा ने सोचा कि मेरे बेटे को चक्रवर्ती राजा बनाना है, तो उन्होंने उसे शिक्षा के लिए भेजा। तो पहला जो एक ब्राह्मण था जिसका नाम था भारद्वाज, भारद्वाज के पास शिक्षा लेने के लिए भेजी। फिर उसके बाद में उनके उस समय 2 महान पंडित, महान विद्वान थे, आलालकाराम उदक रामपुत्र, उसके पास में भी सिद्धार्थ गौतम की पूरी शिक्षा हुई। उसमें वो वेदों में इसमें पारंगत हुए, धनुर्विद्या कैसी है, राज्य कैसे किया जाए, इस तरह के कार्य अनगिनत वो निपुण हो चुके थे जी। और निपुण हुए। तो उस बीच में सिद्धार्थ गौतम बढ़ते गए और अपने उम्र के आयु के बीच यानी वो 28-29 साल के करीब पहुंच गए जी। तो 28-29 साल के करीब पहुंचते पहुंचते उस समय इनका शाक्य कुल था और इनके बगल में और एक राज्य था जिसका कोलिय कुल कहते जी। तो शाक्य और कोलिय में उस समय द्वंद्व हो रहा था। द्वंद्व यानी लड़ाई होने की चिन्ह दिख रहे थे। वो इसलिए दिख रहे थे कि जो बीच में जो नदी बहती थी उस नदी का सबसे पहले पानी कौन लेगा जी। अब सिद्धार्थ गौतम जिसने क्षत्रिय विद्या भी हस्तगत कर ली थी, तो ये क्षत्रिय विद्या का हस्तगत करने के बाद में सिद्धार्थ गौतम को राजा के सेनापति ने कहा कि आप क्षत्रिय हो गौतम, आपको लड़ाई के लिए चलना चाहिए जी। तो ये वैसी निपुण था, विद्वान था, लेकिन एकाग्रस्त था, ध्यानस्थ काफी था, काफी पेशेंस रखता था बातों में। तो उन्होंने सेनापति से कहा कि सेनापति जी, मैं इस तलवार से किसी का भी खून नहीं करूंगा, किसी की गर्दन नहीं काटूंगा। तो सेनापति ने कहा कि हे गौतम, आप ऐसे कैसे, आप क्षत्रिय हो, तो क्षत्रिय का काम ही है कि हाथ में तलवार लेके अपने देश की, अपनी प्रजा की रक्षा करना, युद्ध करना। ऐसे कैसा क्षत्रिय हो सकता जो तलवार हाथ में ना उठाए। तो उस समय कहा कि बड़ी चर्चा हुई राज्य में, पूरे कपिल वस्तु में चर्चा हुई कि सिद्धार्थ गौतम तलवार उठाने से मना कर रहा है। तो उस बीच में फिर सिद्धार्थ गौतम को राजन के माध्यम से, वो सेनापति के माध्यम से उसे राजद्रोह करार कर दिया गया जी। तो सिद्धार्थ ने राजद्रोह करार करने के बाद उसे गृह त्याग यानी उसे वो सारा संसार त्यागना पड़ा। इस कारण तब सिद्धार्थ गौतम ने एक बात कही कि राजन से, सेनापति से, शायद आपके लिए मेरी भाषा समझ में नहीं आ रही होंगी, लेकिन किसी भी शस्त्र से किसी भी इंसान को जीता नहीं जा सकता है। इंसान को जीतना है तो मैत्री से, करुणा से, मुदिता से जीतो। और इसलिए सिद्धार्थ गौतम इस कारणवश गृह त्याग किया और इस गृह त्याग के बाद वो उनका एक शिष्य था सिद्धार्थ गौतम का, जो उसका सेवक था छन्न। तो छन्न के साथ सिद्धार्थ गौतम उमाना नदी तक आए और फिर वहां से वो आगे जंगल की ओर चले गए। छन्न रिटर्न अपने कपिल वस्तु चला आया। तो उस समय कपिल वस्तु का जो वातावरण था बड़ा ही व्याकुल था, बड़ा ही दुखी था। तो इस तरह सिद्धार्थ गौतम का ये गृह त्याग की पहले की कहानी है। एक राजा शांतिपूर्ण जीवन जीने के लिए जो राजकुमार था वो वैरागी बना, दर बदर की ठोकर खाते हुए जंगल में चला गया। जिस तरह के मैं पहले भी ਤੁਹਾਨੂੰ ਦੱਸਿਆ कि ਅਸੀਂ ਇਹ 3 ਦਿਨ ਦੇ ਪ੍ਰੋਗਰਾਮ ਦੇ ਵਿੱਚ ਤਥਾਗਤ ਬੁੱਧ ਦੀ ਜੀਵਨੀ ਔਰ ਜੋ ਉਸ ਦਾ ਧੰਮ ਹੈ ਉਸ ਬਾਰੇ ਆਪ ਜੀ ਨੂੰ ਜਾਣੂ ਕਰਵਾਵਾਂਗੇ। ਸੁਮਨ ਜੀ, ਤਥਾਗਤ ਬੁੱਧ ਨੂੰ ਜੋ ਗਿਆਨ ਪ੍ਰਾਪਤ ਹੋਇਆ ਉਹ ਕੀ ਸੀ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ? ਠੀਕ ਚਲੀ ਸਾਹਿਬ, ਜੈਸੇ ਪੰਤੇ ਹੁਣਾਂ ਉਹਨਾਂ ਦਾ ਪਹਿਲਾ ਵੀ ਜੀਵਨ ਦੱਸਿਆ
ਕਿ ਸਿਧਾਰਥ ਤੋਂ ਜਦੋਂ ਗ੍ਰਹਿ ਤਿਆਗ ਤੱਕ ਜੀ ਜਿਸ ਤਰ੍ਹਾਂ ਕਿ ਉਹ ਦੱਸਦੇ ਆ ਕਿ ਕਪਿਲਵਸਤੂ ਦਾ ਵਾਤਾਵਰਨ ਕਿੰਨਾ ਦੁੱਖਪੂਰਨ ਸੀ ਕਿ ਉਹਨਾਂ ਦਾ ਰਾਜਕੁਮਾਰ ਉਹਨਾਂ ਨੂੰ ਛੱਡ ਕੇ ਜਾ ਰਿਹਾ ਜੀ ਤੇ ਉਹਨਾਂ ਨੇ ਫਿਰ ਇੱਕ ਸੰਨਿਆਸੀ ਵਾਲੀ ਜ਼ਿੰਦਗੀ ਜੀਣੀ ਸ਼ੁਰੂ ਕੀਤੀ। ਜੀ ਜਦੋਂ ਉਹਨਾਂ ਨੇ ਨੋਮ ਨਦੀ ਨੂੰ ਪਾਰ ਕੀਤਾ, ਉਹਨਾਂ ਨੇ ਆਪਣੇ ਬਾਲ ਕੱਟ ਦਿੱਤੇ, ਆਪਣਾ ਜੋ ਸ਼ਾਹੀ ਲਿਬਾਸ ਸੀ ਉਹ ਵੀ ਤਿਆਗ ਦਿੱਤਾ। ਜੀ। ਤਾਂ ਫਿਰ ਉਹਨਾਂ ਨੇ ਇੱਕ ਭਾਰਦਵਾਜ ਉਹਨਾਂ ਦੇ ਕੋਲ ਗਏ, ਉਹਨਾਂ ਕੋਲ ਸਿੱਖਿਆ ਪ੍ਰਾਪਤ ਕੀਤੀ। ਲੇਕਿਨ ਜਿਹੜੀ ਤਲਾਸ਼ ਲਈ ਉਹ ਜਾ ਰਹੇ ਸੀ ਲੇਕਿਨ ਉਹਨਾਂ ਨੂੰ ਜਵਾਬ ਨਹੀਂ ਮਿਲ ਰਿਹਾ ਸੀ। ਤਾਂ ਫਿਰ ਉਹ ਉਦਕਪਤ ਕੋਲ ਗਏ, ਉਹਨਾਂ ਤੋਂ ਵੀ ਉਹਨਾਂ ਨੂੰ ਉਹ ਜਿੰਨੀ ਉਹਨਾਂ ਕੋਲ ਟ੍ਰੇਨਿੰਗ ਸੀ ਉਹਨਾਂ ਨੇ ਦਿੱਤੀ, ਮੈਡੀਟੇਸ਼ਨ ਡੀਪ ਮੈਡੀਟੇਸ਼ਨ ਸਿਖਾਈ, ਲੇਕਿਨ ਉਹਨਾਂ ਨੂੰ ਉਹਦਾ ਜਵਾਬ ਨਹੀਂ ਮਿਲ ਰਿਹਾ ਸੀ। ਜੀ। ਤੇ ਉਦੋਂ ਬਾਅਦ ਫਿਰ ਅਲਾਹ ਕਲਾਮ ਉਹ ਬੜੇ ਮਤਲਬ ਐਕਸਪੀਰੀਅੰਸ ਮੈਡੀਟੇਟਰ, ਉਹਨਾਂ ਨੂੰ ਤਜਰਬਾ ਸੀ, ਉਹਨਾਂ ਕੋਲ ਵੀ ਜਿੰਨਾ ਵੀ ਉਹਨਾਂ ਕੋਲ ਸੀ ਉਹਨਾਂ ਨੇ ਸਿਖਾਇਆ। ਤੇ ਲੇਕਿਨ ਸਿਧਾਰਥ ਗੌਤਮ ਨੂੰ ਕਹਿੰਦੇ ਵੀ ਜੇ ਇਹ ਤਾਂ ਮੈਂ ਜੋ ਜਿਸ ਤਸੱਲੀ ਨਹੀਂ ਹੋਈ ਕਿ ਮੈਂ ਵੀ ਦੁਨੀਆ ਦੁਖੀ ਹੈ, ਮੈਂ ਇਹਦਾ ਕਾਰਨ ਲੱਭਣਾ ਚਾਹੁੰਦਾ ਹਾਂ। ਜੀ। ਕਰਦੇ ਫਿਰ ਉਹਨਾਂ ਨੇ ਇੱਕ 5 ਸੰਨਿਆਸੀਆਂ ਕੋਲ ਗਏ। ਜੀ। ਉਹ ਬੜੇ ਮਤਲਬ ਆਪਣੇ ਬੋਡੀ ਨੂੰ ਮਤਲਬ ਟੌਰਚਰ ਕਰਨਾ, ਜਿੱਦਾਂ ਆਪਣੇ ਕੁਛ ਖਾਣਾ ਨਹੀਂ, ਜਿਸ ਤਰ੍ਹਾਂ ਖੁੱਲ੍ਹੇ ਅਸਮਾਨ ਦੇ ਵਿੱਚ ਸੌਣਾ, ਧੁੱਪ ਨਾ ਠੰਡ ਦੀ ਕੋਈ ਪਰਵਾਹ ਨਹੀਂ ਕਰਨੀ। ਇੱਕ ਦਿਨ ਐਸਾ ਆਇਆ ਕਿ ਸਿਧਾਰਥ ਗੌਤਮ ਦਾ ਸਰੀਰ ਜੋ ਸੀ ਇੱਕਦਮ ਮਤਲਬ ਸੁੱਕ ਗਿਆ। ਜੀ। ਜੇ ਉਹਨਾਂ ਦੇ ਪੇਟ ਨੂੰ ਹੱਥ ਲਾਉਂਦੇ ਸੀ ਤਾਂ ਉਹ ਪਿੱਛੇ ਪਿੱਠ ਨੂੰ ਲੱਗਦਾ ਸੀ, ਪੇਟ ਨੂੰ ਹੱਥ ਲਾਉਂਦੇ ਪੇਟ ਨੂੰ ਲੱਗਦਾ ਸੀ। ਜੀ। ਤਾਂ ਇਸੇ ਤਰ੍ਹਾਂ ਉਹ ਜਦ ਇੱਕ ਦਿਨ ਉਹ ਨਹਾਉਣ ਲੱਗੇ ਤਾਂ ਉਹ ਪਾਣੀ ਦੀ ਲਹਿਰ ਆਈ ਤੇ ਉਹ ਡਿੱਗ ਜਾਣ ਲੱਗੇ ਸੀ। ਫਿਰ ਉਹਨਾਂ ਨੂੰ ਬੜਾ ਉੱਥੋਂ ਲੱਗਾ ਕਿ ਥੋੜ੍ਹਾ ਗਿਆਨ ਦੀ ਕਿਰਨ ਜਾਗੀ ਵੀ ਜੇ ਮੈਂ ਇਹ ਕੁਝ ਖਾਧਾ ਹੀ ਨਹੀਂ ਤੇ ਜੇ ਮੈਂ ਇਸੇ ਤਰ੍ਹਾਂ ਦੁਨੀਆ ਦੇ ਵਿੱਚੋਂ ਚਲੇ ਗਿਆ ਤੇ ਮੇਰਾ ਕੀ ਫਾਇਦਾ ਹੋਏਗਾ। ਤਾਂ ਫਿਰ ਉਹਨਾਂ ਨੇ ਫਿਰ ਇੱਕ ਗਵਾਲੇ ਸੀ, ਉਹਨਾਂ ਦੀ ਲੜਕੀ ਸੁਜਾਤਾ, ਉਹਨਾਂ ਨੇ ਕਿਤੇ ਕੋਈ ਇੱਕ ਸੁੱਖਣਾ ਸੁੱਖੀ ਹੁੰਦੀ, ਜਿੱਦਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਸੁੱਖਣਾ ਸੁੱਖਦੇ ਵੀ ਮੇਰੇ ਘਰ ਪੁੱਤਰ ਲਾਭ ਹੋਵੇ, ਤਾਂ ਕੁਦਰਤੀ ਉਹਨਾਂ ਨੂੰ ਪੁੱਤਰ ਲਾਭ ਹੋਇਆ ਤੇ ਉਹ ਆਪਣੀ ਨੌਕਰਾਣੀ ਨੂੰ ਭੇਜਦੀ ਆ ਕਿ ਬਈ ਤੂੰ ਜਾ ਕੇ ਉਹ ਪਿੱਪਲ ਦੇ ਦਰਖਤ ਜਿਹੜੀ ਆ ਉਹਦੀ ਸਫਾਈ ਕਰ। ਤੇ ਉੱਥੇ ਸਿਧਾਰਥ ਗੌਤਮ ਜਾ ਕੇ ਬੈਠੇ ਸੀ ਮੈਡੀਟੇਸ਼ਨ ਦੇ ਵਿੱਚ। ਉਹ ਨੱਠੀ ਗਈ, ਕਹਿੰਦੀ ਵੀ ਅੱਜ ਤੂੰ ਤੇ ਬਹੁਤ ਲੱਕੀ ਆ, ਅੱਜ ਤਾਂ ਪਿੱਪਲ ਦੇਵਤਾ ਆਪ ਥੱਲੇ ਆਇਓ ਆ। ਜੀ। ਤੇ ਉਹਨਾਂ ਨੂੰ ਫਿਰ ਉਹਨਾਂ ਨੇ ਖੀਰ ਖਿਲਾਈ ਤੇ ਤਾਂ ਉਹ ਸਿਧਾਰਥ ਗੌਤਮ ਨੇ ਉਹ ਖੀਰ ਖਾਧੀ ਤਾਂ ਉਹਨਾਂ ਨੂੰ ਇੱਕ ਹੋਰ ਗਿਆਨ ਪ੍ਰਾਪਤ ਹੋਇਆ ਕਿ ਬਿਨਾਂ ਖਾਧੇ ਤੋਂ ਵੀ ਤਪੱਸਿਆ ਨਹੀਂ ਹੋ ਸਕਦੀ। ਤੇ ਉਹਨਾਂ ਨੂੰ ਫਿਰ ਉਹਦੇ ਨਾਲ ਉਹਨਾਂ ਨੂੰ ਕੀ ਬਣਿਆ, ਉਹਦੇ ਬੋਡੀ ਦੇ ਵਿੱਚ ਇੱਕ ਬਲ ਆਇਆ, ਸੁੱਖ ਮਿਲਿਆ ਉਹਨੂੰ। ਇੱਥੇ ਮੈਂ ਮਾੜਾ ਜਿਹਾ ਤੁਹਾਨੂੰ ਰੋਕਦਾ, ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਹੋਏ ਆ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਦੱਸੀ ਆ, ਇਸ ਨੂੰ ਅੰਨਮਈ ਕੋਸ਼ਟ ਕਹਿੰਦੇ ਨੇ ਕਿ ਸਾਰਿਆਂ ਨੇ ਇਹ ਨਿਚੋੜ ਕੱਢਿਆ ਕਿ ਊਰਜਾ ਤੋਂ ਬਿਨਾ ਇਹ ਸਰੀਰ ਚੱਲ ਨਹੀਂ ਸਕਦਾ। ਅੰਨ ਖਾਦੇ ਤੋਂ ਬਿਨਾ ਵੀ ਇਹ ਜਿਹੜਾ ਸਰੀਰ ਆ ਇਹ ਜਿੰਦਾ ਨਹੀਂ ਰਹਿ ਸਕਦਾ। ਉਹਦੇ ਵਿੱਚ ਫਿਰ ਉਹ ਜਿਸ ਤਰ੍ਹਾਂ ਉਹਨਾਂ ਨੂੰ 4 ਲਾਭ ਹੋਏ, ਉਹਨਾਂ ਨੂੰ ਬਲ ਮਿਲਿਆ, ਸੁੱਖ ਮਿਲਿਆ, ਉਹਨਾਂ ਦਾ ਸਰੀਰ ਤੰਦਰੁਸਤ ਹੋ ਗਿਆ, ਮਤਲਬ ਉਹਨਾਂ ਦੇ ਵਿੱਚ ਮਤਲਬ ਇੱਕ ਉਮਰ ਵੱਧ ਗਈ, ਆਯੂ ਵੱਧ ਗਈ। ਤਾਂ ਉਦੋਂ ਬਾਅਦ ਫਿਰ ਉਹਨਾਂ ਨੇ ਠਾਣ ਲਿਆ ਕਿ ਮੈਂ ਹੁਣ ਮਤਲਬ ਉਹਦੇ ਸਰੀਰ ਤਾਕਤ ਆਈ ਤੇ ਮੈਂ ਉਹਨਾਂ ਚਿਕਰ ਨਹੀਂ ਹਟਾਂਗਾ ਜਿੰਨਾ ਚਿਕਰ ਮੈਨੂੰ ਜਿਹੜੀ ਤਲਾਸ਼ ਦੇ ਵਿੱਚ ਆਇਆ ਆ। ਤੇ ਉਹ ਫਿਰ ਗਿਆ ਦੀ ਤਰਫ, ਜਿਹੜਾ ਬਿਹਾਰ ਦੇ ਵਿੱਚ ਗਿਆ ਜਗ੍ਹਾ ਆ, ਤੇ ਉੱਥੇ ਜਾ ਕੇ ਇੱਕ ਪਿੱਪਲ ਦੇ ਥੱਲੇ ਬੈਠ ਕੇ ਤਾਂ ਉਹਨਾਂ ਨੇ ਸਮਾਧੀ ਲਾ ਲਈ। ਸਮਾਧੀ ਲਾ ਕੇ ਤਾਂ ਫਿਰ ਉਹਨਾਂ ਨੇ ਜਦ ਡੀਪ ਮੈਡੀਟੇਸ਼ਨ ਦੇ ਵਿੱਚ ਗਏ ਤਾਂ ਫਿਰ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ। ਤਾਂ ਉਦੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਨਾਂ ਸੀਗਾ ਸਿਧਾਰਥ ਗੌਤਮ ਤੋਂ ਗੌਤਮ ਬੁੱਧ ਬਣੇ। ਬੁੱਧ ਕੇ ਵਿਜ਼ਡਮ ਆ ਗਈ, ਗਿਆਨ ਆ ਗਿਆ। ਤੇ ਉਹ ਜਿਹੜਾ ਗਿਆਨ ਪ੍ਰਾਪਤ ਹੋਇਆ, ਜਿਹੜਾ ਉਹਨਾਂ ਨੇ ਦੱਸਿਆ, ਤੇ ਉਹ ਚਾਹੁੰਦੇ ਸੀ ਵੀ ਇਹ ਗਿਆਨ ਮੈਂ ਕਿਹਨੂੰ ਦੱਸਾਂ, ਦੁਨੀਆ ਤਾਂ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਆ ਤੇ ਇੱਕ ਜਿਹੜਾ ਇਹ ਗਿਆਨ ਆ ਕਿਸੇ ਦੇ ਸਮਝ ਨਹੀਂ ਆਉਣਾ। ਲੇਕਿਨ ਫਿਰ ਉਹਨਾਂ ਦੇ ਮਨ ਦੇ ਵਿੱਚ ਬਰਮ ਵਿਹਾਰ ਆਏ ਕਿ ਚੰਗੀ ਸੋਚ ਆਈ ਕਿ ਮੇਰਾ ਫਾਇਦਾ ਕਿ ਜੇ ਮੈਂ ਡਾਕਟਰ ਬਣ ਗਿਆ, ਮੈਂ ਇਲਾਜ ਹੀ ਨਹੀਂ ਕਿਸੇ ਦਾ ਕੀਤਾ, ਤੇ ਮੇਰਾ ਡਾਕਟਰ ਬਣਨ ਦਾ ਫਾਇਦਾ ਕੀ ਹੈ। ਤੇ ਫਿਰ ਉਹਨਾਂ ਸਾਰੇ ਜਿਹਨਾਂ ਗੁਰੂਆਂ ਕੋਲ ਸਿੱਖਿਆ ਸੀ ਉਹਨਾਂ ਦੇ ਕੋਲ ਗਏ ਤਾਂ ਲੇਕਿਨ ਉਹਨਾਂ ਨੂੰ ਪਤਾ ਲੱਗਾ ਕਿ ਉਹ ਜਿਹੜੇ ਭਾਰਦਵਾਜ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀ, ਉਦਕਪੁੱਤ ਦੀ ਡੈਥ ਹੋ ਚੁੱਕੀ ਸੀ, ਅਲਾਰ ਕਲਾਮ ਦੀ ਡੈਥ ਹੋ ਚੁੱਕੀ ਸੀ। ਫਿਰ ਉਹਨਾਂ ਨੂੰ ਚੇਤਾ ਆਇਆ ਉਹ 5 ਸੰਨਿਆਸੀ ਜਿਹੜੇ ਉਹਨਾਂ ਨੂੰ ਛੱਡ ਗਏ ਸੀ, ਕਹਿੰਦੇ ਜੇ ਭ੍ਰਿਸ਼ਟ ਹੋ ਗਿਆ, ਖਾਣਾ ਖਾਣ ਲੱਗ ਪਿਆ। ਉਹਨਾਂ ਦੀ ਭਾਲ ਦੇ ਵਿੱਚ ਜਦੋਂ ਉੱਥੇ ਆਏ, ਉਹਨਾਂ ਨੂੰ ਫਿਰ ਸਾਰਨਾਥ ਦੇ ਵਿੱਚ ਇਤੀ ਪੱਥਨ ਜਗ੍ਹਾ 'ਤੇ ਉੱਥੇ ਆਏ ਤਾਂ ਉਹਨਾਂ ਨੂੰ ਫਿਰ ਉਹ ਗਿਆਨ ਉਹਨਾਂ ਨੇ ਦੱਸਿਆ। ਪਹਿਲਾਂ ਤਾਂ ਉਹਨਾਂ ਦੀ ਵੀ ਸਲਾਹ ਬਣੀ ਇਹ ਭ੍ਰਿਸ਼ਟ ਹੈ ਕਿ ਸਾਨੂੰ ਦੱਸਣਾ, ਤੇ ਉਹ ਜਿਹੜਾ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ ਉਹਨੂੰ ਕਹਿੰਦੇ 4 ਆਰੀਆ ਸੱਤ ਕਿ 4 ਆਰੀਆ ਸੱਤ ਕੇ 4 ਨੋਬਲ ਟਰੂਥ ਕਿ ਦੇਰ ਇਜ਼ ਏ ਸਫਰਿੰਗ ਕਿ ਦੁਨੀਆ ਦੇ ਵਿੱਚ ਦੁੱਖ ਹੈ, ਸਾਰੇ ਮਹਾਂਪੁਰਸ਼ਾਂ ਨੇ ਕਿਹਾ ਆ। ਲੇਕਿਨ ਉਹ ਉਦੋਂ ਅੱਗੇ ਗਏ, ਕਹਿੰਦੇ ਵੀ ਦੁੱਖ ਤਾਂ ਹੈ, ਦੁੱਖ ਕਾਹਦਾ, ਜਨਮ ਦੀ ਦੁੱਖ, ਬੁਢਾਪਾ ਹੋਣਾ ਦੁੱਖ, ਰੋਗੀ ਬਣਨਾ ਦੁੱਖ, ਫਿਰ ਮੌਤ ਹੋ ਜਾਣੀ ਦੁੱਖ,
ਆਪਣੇ ਚੰਗਿਆਂ ਜਿਹੜੇ ਚੰਗੇ ਲੋਕ ਹੈ ਉਹਨਾਂ ਦਾ ਵਿਛੜਨਾ ਦੁੱਖ ਜੀ। ਤੇ ਜਿਹੜੇ ਮਾੜੇ ਲੋਕ ਉਹਨਾਂ ਦਾ ਸੰਜੋਗ ਹੋ ਜਾਣਾ ਦੁੱਖ, ਮਤਲਬ ਦੁੱਖ ਦੇ ਨਾਲ ਇਹ ਦੁੱਖਾਂ ਨਾਲ ਦੁਨੀਆ ਭਰੀ ਪਈ ਆ। ਜੀ। ਇਹ ਉਹਨਾਂ ਦਾ ਪਹਿਲਾ ਨੋਬਲ ਟਰੂਥ ਸੀ। ਤੇ ਦੂਸਰਾ ਟਰੂਥ ਉਹਨਾਂ ਨੂੰ ਮਿਲਿਆ ਦੁੱਖ ਦਾ ਕਾਰਨ ਹੋਣਾ ਚਾਹੀਦਾ। ਕੋਈ ਵੀ ਚੀਜ਼ ਹੈਪਨ ਹੁੰਦੀ ਆ, ਕੋਜ਼ ਐਂਡ ਇਫੈਕਟ ਜੀ ਤੇ ਉਹਨਾਂ ਨੇ ਕਿਹਾ ਕਿ ਦੁੱਖ ਦਾ ਕਾਰਨ ਆ। ਜੀ ਤੇ ਕਾਰਨ ਫਿਰ ਜਿਹੜਾ ਉਹਨਾਂ ਨੇ ਲੱਭਿਆ ਕਿ ਕਾਰਨ ਕਹਿੰਦੇ ਤ੍ਰਿਸ਼ਨਾ ਆ। ਜੀ ਇਹ ਤ੍ਰਿਸ਼ਨਾ ਦੇ ਨਾਲ ਅਗਿਆਨਤਾ ਪੈਦਾ ਹੁੰਦੀ ਆ ਤੇ ਅਗਿਆਨਤਾ ਦੇ ਨਾਲ ਕੀ ਹੁੰਦਾ ਆ ਕਿ ਤੁਹਾਡੀਆਂ ਇੱਛਾਵਾਂ ਵਿੱਚ ਸੰਸਕਾਰ ਪੈਦਾ ਹੁੰਦੇ ਆ। ਜੀ। ਸੰਸਕਾਰ ਦੇ ਨਾਲ ਫਿਰ ਤੁਹਾਡੇ ਕੋਲ ਚੇਤਨਾ ਪੈਦਾ ਹੁੰਦੀ ਆ। ਚੇਤਨਾ ਪੈਦਾ ਹੋਣ ਦੇ ਨਾਲ ਨਾਮਾ ਰੂਪਾ ਜਿਹੜਾ ਆਪਾਂ ਸਰੀਰ ਆਪਾਂ ਕਹਿੰਦੇ ਆ ਇਹ ਪੈਦਾ ਹੁੰਦਾ। ਨਾਮ ਰੂਪ ਦੇ ਨਾਲ ਫਿਰ ਜਿਹੜੀਆਂ ਆਪਣੀਆਂ ਸੈਂਸੇਸ਼ਨ ਫੀਲਿੰਗਸ ਆ ਗਿਆਨ ਇੰਦਰੀਆਂ ਉਹ ਪੈਦਾ ਹੁੰਦੀਆਂ ਹਨ। ਗਿਆਨ ਇੰਦਰੀਆਂ ਦੇ ਨਾਲ ਫਿਰ ਸੰਪਰਕ ਪੈਦਾ ਹੁੰਦਾ ਹੈ। ਸੰਪਰਕ ਪੈਦਾ ਹੋਣ ਦੇ ਨਾਲ ਸੰਵੇਦਨਾ ਪੈਦਾ ਹੁੰਦੀ ਹੈ। ਸੰਵੇਦਨਾ ਜਦੋਂ ਪੈਦਾ ਹੁੰਦੀ ਆ ਤਾਂ ਫਿਰ ਤ੍ਰਿਸ਼ਨਾ ਫਿਰ ਉੱਠਦੀ ਆ। ਤ੍ਰਿਸ਼ਨਾ ਦੇ ਨਾਲ ਫਿਰ ਤੁਹਾਨੂੰ ਲਗਾਓ ਪੈਦਾ ਹੁੰਦਾ ਤੇ ਜਦੋਂ ਲਗਾਓ ਪੈਦਾ ਹੁੰਦਾ ਤੇ ਫਿਰ ਤੁਹਾਡੇ ਵਿੱਚ ਭਵ ਪੈਦਾ ਹੁੰਦਾ ਤੇ ਭਵ ਤੋਂ ਫਿਰ ਜਨਮ ਦੀ ਵਿਧੀ ਸ਼ੁਰੂ ਹੋ ਜਾਂਦੀ ਤੇ ਜਦੋਂ ਜਨਮ ਹੋ ਗਿਆ ਭਾਈ ਉਹਦੇ ਨਾਲ ਮਰਨ ਵੀ ਆ ਜੀ। ਤੇ ਇਹ ਫਿਰ ਇਹਨੂੰ ਕਹਿੰਦੇ ਆ ਜਰਾ ਮਰਾ। नहीं उसे ऐसे कहते जाति पे दुखा जरा पे दुखा ਜਾਤੀ ਵੀ ਦੁੱਖਾ ਜਰਾ ਵੀ ਦੁੱਖਾ बनते। थैंक यू। मरना भी दुखा है ना, ये तो हो पियो गया भी मन- दुखा और पियो भी दुखा, इस तरह की वो गाथा है ना कि जाति यानी जन्म। जी एक्चुअली भारत में जाति को अलग नज़रे से देखा जाता है। जाति यानी कास्ट के रूप में कास्ट देखा के माध्यम से देखा जाता है, लेकिन पाली शब्द है जाति यानी जन्म, जी जरा यानी मरण, इस तरह से है। ਤਾਂ ਉਹਦੇ ਨਾਲ ਫਿਰ ਉਹਨਾਂ ਨੇ ਉੱਥੇ ਨਹੀਂ ਰੁਕੇ। ਉਹ ਕਹਿੰਦੇ ਵੀ ਜੇ ਕਾਰਨ ਲੱਭ ਪਿਆ ਤੇ ਇਹਦਾ ਅੰਤ ਵੀ ਹੋ ਸਕਦਾ ਹੈ। ਤੇ ਅੰਤ ਦੁੱਖ ਦਾ ਅੰਤ ਕੀ ਆ ਕਿ ਤ੍ਰਿਸ਼ਨਾ ਨੂੰ ਖਤਮ ਕਰ ਦਿਓ। ਤੇ ਉਹ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਚੌਥਾ ਨੋਬਲ ਟਰੂਥ ਆ ਕਿ ਉਹਦਾ ਇੱਕ ਰਸਤਾ ਆ। ਰਸਤੇ ਨੂੰ ਕਹਿੰਦੇ ਆ ਅਸ਼ਟਾਂਗਿਕ ਮਾਰਗ। ਜੇ ਇੱਕ ਮਨੁੱਖ ਉਸ ਅਸ਼ਟਾਂਗਿਕ ਮਾਰਗ ਤੇ ਚੱਲੂਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸੁੱਖ ਪ੍ਰਾਪਤ ਕਰ ਸੁਮਨ ਸਕਦਾ। ਜੀ ਇੱਥੇ ਮੈਂ ਤੁਹਾਨੂੰ ਰੋਕਦਾ ਕਿਉਂਕਿ ਇਹ ਪ੍ਰੋਗਰਾਮ ਅਗਲੇ 2 ਦਿਨ ਇਸੇ ਤਰ੍ਹਾਂ ਚੱਲੇਗਾ 5 ਤੋਂ 6 ਵਜੇ ਤੱਕ। ਇਸ ਵਾਰਤਾ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ। ਅੱਜ ਸਮਾਂ ਸਮਾਪਤ ਹੋ ਗਿਆ। ਪ੍ਰੋਗਰਾਮ ਖਤਮ ਕਰਨ ਲਈ ਅਸੀਂ ਜਾ ਰਹੇ ਹਾਂ। ਇੱਕ ਵਾਰ ਫਿਰ ਨਮੋ ਬੁੱਧਾ, ਜੈ ਜੈ ਭੀਮ, ਜੈ ਭਾਰਤ। आप सबका कल्याण हो, मंगल हो। साधु साधु साधु।